ਸਤਿ ਸ਼੍ਰੀ ਅਕਾਲ PNCN ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਜਿਵੇਂ ਕਿ ਕੱਲ ਤੋਂ ਯਾਨੀ ਕਿ 20 ਤਰੀਕ ਤੋਂ ਇੰਟਰਨੈਸ਼ਨਲ ਸਟੂਡੈਂਟਸ ਨੂੰ ਇਜਾਜ਼ਤ ਮਿਲ ਰਹੀ ਹੈ ਕਿ ਉਹ ਕੈਨੇਡਾ ਦੇ ਵਿੱਚ ਆ ਸਕਦੇ ਨੇ ਤੇ ਇਸੇ ਨਾਲ ਸੰਬੰਧਿਤ ਅਸੀਂ ਕੁਝ ਜਾਣਕਾਰੀ ਤੁਹਾਡੇ ਲਈ ਲੈ ਕੇ ਆਏ ਹਾਂ। ਦਰਅਸਲ ਜਦੋਂ ਵੀ ਇੰਟਰਨੈਸ਼ਨਲ ਸਟੂਡੈਂਟਸ ਨੇ ਕੈਨੇਡਾ ਦੇ ਵਿੱਚ ਆਉਣਾ ਹੈ ਤੇ ਟਰੈਵਲ ਕਰਨਾ ਹੈ ਉਸ ਮੌਕੇ ਕਿਹੜੇ ਸਵਾਲ ਨੇ ਜਿਹੜੇ ਉਹਨਾਂ ਨੂੰ 에ਅਰਪੋਰਟ ਦੇ ਉੱਤੇ ਪੁੱਛੇ ਜਾਂਦੇ ਨੇ ਤੇ ਇਸੇ ਨਾਲ ਸੰਬੰਧਿਤ ਇੱਕ ਇੰਟਰਨੈਸ਼ਨਲ ਸਟੂਡੈਂਟ ਨਾਲ ਅੱਜ ਅਸੀਂ ਗੱਲ ਕਰਾਂਗੇ ਜੋ ਕੈਨੇਡਾ ਦੇ ਵਿੱਚ ਕੁਝ ਦਿਨ ਪਹਿਲਾਂ ਹੀ ਪਹੁੰਚੀ ਹੈ, ਮਨਪ੍ਰੀਤ, ਜੋ ਕਿ ਪਹਿਲਾਂ ਉਸਨੇ ਆਪਣਾ 14 ਦਿਨ ਦਾ ਕੁਆਰੰਟੀਨ ਦਾ ਸਮਾਂ ਵੀ ਪੂਰਾ ਕਰ ਲਿਆ ਤੇ ਉਸ ਤੋਂ ਬਾਅਦ ਉਸਨੂੰ 15 ਕੁ ਦਿਨ ਹੋਏ ਨੇ ਕਿ ਮਹੀਨੇ ਦਾ ਕੁੱਲ ਸਮਾਂ ਹੋ ਚੁੱਕਿਆ ਕਿ ਉਹ ਕੈਨੇਡਾ ਦੇ ਵਿੱਚ ਹੈ ਤੇ ਉਸ ਦੇ ਵੱਲੋਂ ਆਪਣਾ ਅਨੁਭਵ ਸਾਂਝਾ ਕੀਤਾ ਜਾਵੇਗਾ ਕਿ ਜਦੋਂ ਇੰਡੀਆ ਦੇ ਵਿੱਚ 에ਅਰਪੋਰਟ ਤੇ ਸੀ ਤਾਂ ਉਸ ਸਮੇਂ ਵੀ ਕਿਹੋ ਜਿਹੇ ਸਵਾਲ ਪੁੱਛੇ ਗਏ ਤੇ ਕੀ ਪੂਰੀ ਪ੍ਰਕਿਰਿਆ ਸੀ ਤੇ ਉਸ ਤੋਂ ਬਾਅਦ ਜਦੋਂ ਕੈਨੇਡਾ ਦੇ ਵਿੱਚ ਪਹੁੰਚੀ ਤਾਂ ਉੱਥੇ ਵੀ ਕਿਹੜੇ ਸਵਾਲ ਸੀ ਤੇ ਕਿਹੜੀ ਪ੍ਰਕਿਰਿਆ ਸੀ ਉਸ ਤੋਂ ਬਾਰੇ ਜਿਹੜੀ ਜਾਣਕਾਰੀ ਉਸ ਦੇ ਵੱਲੋਂ ਸਾਂਝੀ ਕੀਤੀ ਜਾਵੇਗੀ। ਸਭ ਤੋਂ ਪਹਿਲਾਂ ਤਾਂ ਕੈਨੇਡਾ 'ਚ ਨਵੀਂ ਜ਼ਿੰਦਗੀ ਸ਼ੁਰੂ ਹੋ ਰਹੀ ਹੈ, ਇੱਥੇ ਆ ਕੇ ਪੜ੍ਹਾਈ ਤੇ ਨਵੀਆਂ ਹੋਪਸ ਨੇ, ਉਹਦੇ ਲਈ ਤੁਹਾਡਾ ਪਹਿਲਾਂ ਸਵਾਗਤ ਹੈ। ਥੈਂਕ ਯੂ ਸੋ ਮਚ। ਜਿਵੇਂ ਕਿ ਹੁਣ ਜ਼ਿਕਰ ਕੀਤਾ ਹੈ ਕਿ ਜਦੋਂ ਤੁਸੀਂ ਡਿਸਾਈਡ ਕੀਤਾ ਕਿ ਤੁਸੀਂ ਆਪਣੀ ਟਿਕਟ ਬੁੱਕ ਕਰਵਾਉਣੀ ਹੈ ਹੈ ਨਾ, ਚਲੋ ਹੁਣ ਤਾਂ ਸਾਰਿਆਂ ਵਾਸਤੇ ਪਰਮਿਸ਼ਨ ਅੱਗੇ ਮਿਲ ਰਹੀ ਹੈ ਤੇ ਪਹਿਲਾਂ ਜਿਹੜਾ ਤਾਂ ਤੁਸੀਂ ਉਸ ਦੇ ਲਈ ਤੁਸੀਂ ਲੈਟਰ ਲਿਆ ਸੀ ਕਾਲਜ ਤੋਂ? ਹਾਂਜੀ, ਮੈਂ ਲੈਟਰ ਲਿਆ ਸੀ, ਸਪੋਰਟ ਲੈਟਰ ਲਿੱਤਾ ਸੀ ਕੋਲੰਬੀਆ ਕਾਲਜ ਤੋਂ ਐਂਡ ਜਿਹਦੀ ਮਦਦ ਨਾਲ ਮੈਂ ਉਰੇ ਪਹੁੰਚੀ ਹਾਂ ਅਤੇ ਆਈ ਥਿੰਕ ਉਹ ਕੰਪਲਸਰੀ ਸੀ ਅਤੇ ਏਅਰਪੋਰਟ ਤੋਂ ਪੁੱਛਿਆ ਜਾ ਰਿਹਾ ਸੀ ਕਿ ਸਪੋਰਟ ਲੈਟਰ ਤੁਹਾਡੇ ਪਾਸ ਹੈ ਜਾਂ ਨਹੀਂ। ਤੇ ਫਿਰ ਜਦੋਂ ਤੁਸੀਂ ਪਹਿਲਾਂ ਸ਼ੁਰੂਆਤ ਵਿੱਚ ਜਦੋਂ ਇੰਡੀਆ ਦੇ ਵਿੱਚ 에ਅਰਪੋਰਟ ਤੇ ਪਹੁੰਚੇ ਤਾਂ ਇਮੀਗ੍ਰੇਸ਼ਨ ਆਫਿਸਰਸ ਦੇ ਵੱਲੋਂ ਪਹਿਲਾਂ ਤੁਹਾਡਾ ਲੈਟਰ ਦੇਖਿਆ ਗਿਆ ਸੀ ਤੇ ਤੁਹਾਨੂੰ ਸਵਾਲ ਪੁੱਛੇ ਸੀ ਕਾਲਜ ਬਾਰੇ? ਹਾਂਜੀ, ਇਮੀਗ੍ਰੇਸ਼ਨ ਆਫਿਸਰ ਨੇ ਬਹੁਤ ਸਾਰੇ ਸਵਾਲ ਪੁੱਛੇ ਮੇਰੇ ਕੋਰਸ ਰਿਲੇਟਿਡ ਐਂਡ ਸਪੋਰਟ ਲੈਟਰ ਇਜ਼ ਵੈਰੀ ਇੰਪੋਰਟੈਂਟ ਐਂਡ ਉਹ ਵੀ ਦੇਖਿਆ ਸੀ ਉਹਨਾਂ ਨੇ। ਤੇ ਫਿਰ ਜਦੋਂ ਇਮੀਗ੍ਰੇਸ਼ਨ ਆਫਿਸਰ ਨੇ ਕਾਲਜ ਦੇ ਬਾਰੇ ਸਵਾਲ ਪੁੱਛੇ ਤਾਂ ਇੱਥੇ ਅੱਗੇ ਕੁਆਰੰਟੀਨ ਦੇ ਬਾਰੇ ਵੀ ਹੋਰ ਵੀ ਜਿਹੜੇ ਸਵਾਲ ਸੀ ਪੁੱਛੇ ਗਏ ਸੀ? ਹਾਂਜੀ, ਕੁਆਰੰਟੀਨ ਬਾਰੇ ਵੀ ਪੁੱਛਿਆ ਗਿਆ ਸੀ। ਉਹਨਾਂ ਨੇ ਪੁੱਛਿਆ ਸੀ ਕਿ ਜਿੱਥੇ ਤੁਸੀਂ ਰਹਿਣਾ ਹੈ ਰਿਲੇਟਿਵ ਨੇ ਹੋਟਲ ਨੇ ਕੀ ਬੁੱਕ ਕੀਤਾ ਹੈ ਉਹਦੇ ਰਿਲੇਟਿਡ ਇਨਫੋਰਮੇਸ਼ਨ ਦਿਓ। ਅਸੀਂ ਆਲਰੇਡੀ ਉੱਥੇ ਸਾਡੇ ਰਿਲੇਟਿਵ ਰਹਿੰਦੇ ਸੀ, ਮਟਰਨਲ ਅੰਕਲ, ਅਤੇ ਅਸੀਂ ਉਹਨਾਂ ਦਾ ਐਡਰੈਸ ਲੈ ਕੇ ਪ੍ਰਿੰਟ ਆਊਟ ਕਢਾ ਕੇ ਇਮੀਗ੍ਰੇਸ਼ਨ ਆਫਿਸਰ ਨੂੰ ਕੈਨੇਡਾ ਵੀ ਦਿੱਤਾ ਸੀ ਅਤੇ ਇੰਡੀਆ ਵੀ ਦਿੱਤਾ ਸੀ। ਤੇ ਫਿਰ ਉਸ ਤੋਂ ਬਾਅਦ ਜੋ ਪਲੇਨ ਦੇ ਵਿੱਚ ਫਿਰ ਕੀ ਚੇਂਜਿਸ ਸੀ? ਤੁਸੀਂ PPE ਕਿੱਟ ਪਾ ਕੇ ਬੈਠੇ ਸੀ? ਜਦੋਂ ਅਸੀਂ ਪਲੇਨ ਦੇ ਵਿੱਚ ਗਏ ਸੀ ਸਿਰਫ ਸੈਂਟਰ ਵਾਲੇ ਨੂੰ ਹੀ PPE ਕਿੱਟ ਪਵਾਈ ਜਾਂਦੀ ਸੀ, ਸਾਈਡ ਵਾਲੇ ਨੂੰ ਸਿਰਫ ਮਾਸਕ ਅਤੇ ਸੈਨੀਟਾਈਜ਼ਰ ਹੀ ਦਿੱਤਾ ਜਾਂਦਾ ਸੀ। ਓਕੇ, ਏਅਰਲਾਈਨ ਕਿਹੜੀ ਸੀ? ਏਅਰ ਇੰਡੀਆ ਸੀ। ਤੇ ਫਿਰ ਉਹਦੇ ਵਿੱਚ ਫੂਡ ਦਾ ਵੀ ਅੱਗੇ ਜਿਹੜਾ ਤੁਸੀਂ ਅੱਗੇ ਮਤਲਬ ਹੋਰ ਵੀ ਜਹਾਜ਼ ਦੇ ਵਿੱਚ ਜਿਹੜਾ ਨੋਰਮਲ ਪਹਿਲਾਂ ਹੁੰਦਾ ਸੀ ਉਹਦੇ ਨਾਲੋਂ ਕੀ ਚੇਂਜਿਸ ਸੀਗੇ? ਨੋਰਮਲ ਨਾਲੋਂ ਬਹੁਤ ਚੇਂਜਿਸ ਸੀ ਕਿਉਂਕਿ ਉਹਦੇ ਵਿੱਚ ਇੱਕ ਕਿੱਟ ਆਲਰੇਡੀ ਪੈਕ ਕਰਕੇ ਦਿੱਤੀ ਜਾਂਦੀ ਸੀ। ਕੋਈ ਵੀ ਤੁਹਾਡੀ ਸੀਟ 'ਤੇ ਨਹੀਂ ਆ ਰਿਹਾ ਸੀ ਆਰਡਰ ਲੈਣ 'ਤੇ, ਉਹ ਜਸਟ ਇੱਕ ਕਿੱਟ ਸੀ, ਪੈਕ ਕੀਤੀ ਸੀ ਅਤੇ ਓਨਾ ਹੀ ਸਫੀਸ਼ੈਂਟ ਫੂਡ ਦਿੱਤਾ ਜਾਂਦਾ ਸੀ ਪੂਰੇ ਜਰਨੀ ਦੌਰਾਨ। ਕਿੰਨੇ ਘੰਟੇ ਦੀ ਸੀ? 14 ਘੰਟੇ ਦੀ ਸੀ। ਠੀਕ ਹੈ। ਤੇ ਫਿਰ ਉਸ ਤੋਂ ਬਾਅਦ ਜਦੋਂ ਕੈਨੇਡਾ ਪਹੁੰਚ ਗਏ ਤੇ ਫਿਰ ਇੱਥੇ ਆ ਕੀ ਪ੍ਰਕਿਰਿਆ ਸੀ? ਜਦੋਂ ਅਸੀਂ ਕੈਨੇਡਾ ਆਏ ਕੁਝ ਜ਼ਿਆਦਾ ਸਵਾਲ ਨਹੀਂ ਪੁੱਛੇ ਗਏ ਸੀ। ਮੈਥੋਂ ਤਾਂ ਸਿਰਫ ਇੱਦਾਂ ਪੁੱਛਿਆ ਗਿਆ ਸੀ ਕਿ ਤੁਸੀਂ ਕੁਆਰੰਟੀਨ ਕਿੱਦਾਂ ਕਰਨਾ ਹੈ, ਕਾਲਜ ਦੀ ਇਨਫੋਰਮੇਸ਼ਨ ਪੁੱਛੀ ਗਈ ਸੀ, ਕਾਲਜ ਨੇਮ ਐਂਡ ਕੋਰਸ ਨੇਮ ਐਂਡ ਸਮ ਦ ਪ੍ਰੀਕੋਸ਼ਨਸ ਡੈਟ ਯੂ ਹੈਵ ਟੂ ਇਨ ਅ ਕੁਆਰੰਟਾਈਨ, ਸੋ ਦੈਟਸ ਇਟ। ਤੇ ਫਿਰ ਉਸ ਤੋਂ ਬਾਅਦ ਲੈਣ ਕੌਣ ਆਇਆ ਕਿ ਜਿੱਥੇ ਕੁਆਰੰਟੀਨ ਕਰਨਾ ਸੀ ਉੱਥੇ ਤੱਕ ਟਰੈਵਲ ਕਿਵੇਂ ਕੀਤਾ? ਆਫਟਰ ਇਮੀਗ੍ਰੇਸ਼ਨ ਮੀਨਸ ਮੇਰੇ ਰਿਲੇਟਿਵ ਰਹਿੰਦੇ ਸੀ ਉਰੇ, ਵੀਰ ਜੀ, ਅਤੇ ਉਹ ਲੈ ਗਏ ਸੀ ਅਤੇ ਸਿੱਧਾ ਉਹਨਾਂ ਨੇ ਉੱਥੇ ਹੀ ਛੱਡਿਆ ਕੁਆਰੰਟਾਈਨ ਜਿੱਥੇ ਮੈਂ ਕਰਨਾ ਸੀ। ਜਿਹੜਾ ਅੰਦਰ 14 ਦਿਨ ਦਾ ਕੁਆਰੰਟੀਨ ਕੀਤਾ ਉਹ ਵੀ ਕਾਫੀ ਚੈਲੰਜਿੰਗ ਰਿਹਾ ਹੋਣਾ ਕਿ ਇਕੱਲੇ ਰਹਿਣਾ ਤੇ ਫਿਰ ਉਸ ਤੋਂ ਬਾਅਦ ਵੀ ਜਿਹੜਾ ਇੱਥੇ ਇੰਤਜ਼ਾਮ ਵੀ ਕੀਤਾ ਹੋਇਆ ਸੀ ਤੁਸੀਂ, ਫੂਡ ਵੀ ਤੁਹਾਨੂੰ ਮਤਲਬ ਪ੍ਰੋਵਾਈਡ ਕੀਤਾ ਜਾਂਦਾ ਸੀ? ਹਾਂਜੀ, ਮੇਰੇ ਮਟਰਨਲ ਅੰਕਲ ਸੀ, ਉਹ ਮੈਨੂੰ ਸਾਰਾ ਫੂਡ ਵਗੈਰਾ ਪ੍ਰੋਵਾਈਡ ਕਰਦੇ ਸੀ ਕਿਉਂਕਿ ਇਮੀਗ੍ਰੇਸ਼ਨ ਆਫਿਸਰ ਨੇ ਕਿਹਾ ਸੀ ਕਿ ਤੁਹਾਡੀ ਚੈਕਿੰਗ ਹੋਊਗੀ ਕੁਆਰੰਟੀਨ ਟਾਈਮ, ਸੋ ਤੁਸੀਂ ਬਾਹਰ ਨਹੀਂ ਨਿਕਲਣਾ ਹੈ ਅਤੇ ਤੁਹਾਡੇ ਸੈਪਰੇਟ ਰੂਮ ਵਿਦ ਅਟੈਚ ਵਾਸ਼ਰੂਮ ਹੋਣਾ ਚਾਹੀਦਾ ਹੈ। ਤੇ ਫਿਰ ਤੁਸੀਂ 14 ਦਿਨ ਤੋਂ ਬਾਅਦ ਫਿਰ ਬਾਹਰ ਆ ਕੇ ਆਪਣਾ ਕਾਲਜ ਦੇ ਵਾਸਤੇ ਅੱਗੇ ਪੜ੍ਹਾਈ ਸ਼ੁਰੂ ਕੀਤੀ? ਹਾਂਜੀ, ਵੈਸੇ ਮੇਰੀ ਪੜ੍ਹਾਈ ਪਹਿਲਾਂ ਹੀ ਸ਼ੁਰੂ ਹੋ ਗਈ ਸੀ ਅਤੇ ਉਸ ਤੋਂ ਬਾਅਦ ਮੈਂ ਕੰਟੀਨਿਊ ਕਰਤੀ ਸੀ ਕੁਆਰੰਟੀਨ ਤੋਂ ਬਾਅਦ ਵੀ। ਤੇ ਹੁਣ ਆਨਲਾਈਨ ਕਲਾਸਿਸ ਲਗਾ ਰਹੇ ਹੋ? ਹਾਂਜੀ, ਹੁਣ ਆਨਲਾਈਨ ਕਲਾਸਿਸ ਲਗਾ ਰਹੀ ਹਾਂ। ਤੇ ਫਿਰ ਕੰਮ ਵੀ ਮਿਲ ਗਿਆ? ਹਾਂਜੀ, ਅੱਜ ਮੇਰਾ 3rd ਡੇ ਸੀ ਕੰਮ ਦਾ, ਕੰਮ ਵੀ ਮਿਲ ਗਿਆ। ਹਾਂਜੀ, ਜਿਵੇਂ ਸਾਨੂੰ ਇੱਥੇ ਮਨਪ੍ਰੀਤ ਦੇ ਵੱਲੋਂ ਦੱਸਿਆ ਗਿਆ ਹੈ ਕਿ ਜਿਹੜੇ ਆਮ ਹੀ ਸਵਾਲ ਨੇ ਕਿ ਕਾਲਜ ਦੇ ਵੱਲੋਂ ਕੀ ਸਟੱਡੀ ਹੈ, ਕੀ ਕੋਰਸ ਹੈ, ਕਿੱਥੇ ਤੁਸੀਂ ਪੜ੍ਹਨਾ ਹੈ, ਕਿੱਥੇ ਕੁਆਰੰਟੀਨ ਦਾ ਵਸੀਲਾ ਕੀਤਾ ਹੋਇਆ ਹੈ, ਉਹ ਪੁੱਛੇ ਜਾ ਰਹੇ ਨੇ। ਉਸ ਦੀ ਪੁਸ਼ਟੀ ਕਰ ਦਿੰਦੇ ਹੋ ਤਾਂ ਅੱਗੇ ਤੁਸੀਂ ਕੈਨੇਡਾ ਦੇ ਵਿੱਚ ਆ ਸਕਦੇ ਹੋ। ਤੇ ਕੁਝ ਇਸੇ ਤਰ੍ਹਾਂ ਜਿਵੇਂ ਕਿ 20 ਅਕਤੂਬਰ ਤੋਂ ਇਮੀਗ੍ਰੇਸ਼ਨ ਵਿਭਾਗ ਨੇ ਐਲਾਨ ਕੀਤਾ ਸੀ ਕਿ ਜਿਹੜੇ ਡੈਜ਼ਿਗਨੇਟਿਡ ਇੰਸਟੀਟਿਊਸ਼ਨ ਨੇ ਉਹਨਾਂ ਦੇ ਵਿੱਚ ਜੇਕਰ ਇੰਤਜ਼ਾਮ ਕਰ ਲਿਆ ਜਾਂਦਾ ਹੈ ਕਿ ਇੰਟਰਨੈਸ਼ਨਲ ਸਟੂਡੈਂਟਸ ਦੇ COVID-19 ਦੇ ਕਰਕੇ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਸੁਰੱਖਿਆ ਨੂੰ ਲੈ ਕੇ ਇੰਤਜ਼ਾਮ ਪੂਰਾ ਹੈ ਤਾਂ ਉਹ ਇੰਟਰਨੈਸ਼ਨਲ ਸਟੂਡੈਂਟਸ ਨੂੰ ਜੋ ਕੈਨੇਡਾ ਦੇ ਵਿੱਚ ਆਉਣ ਦੀ ਇਜਾਜ਼ਤ ਦੇ ਸਕਦੇ ਨੇ ਤੇ ਕੱਲ੍ਹ ਤੋਂ ਉਹ ਆ ਵੀ ਸਕਦੇ ਨੇ। ਤੇ ਇਸ ਨਾਲ ਸੰਬੰਧਿਤ ਇਹ ਜ਼ਰੂਰ ਪੁਸ਼ਟੀ ਕਰ ਲਈ ਜਾਵੇ ਕਿ ਜਿਹੜੇ ਵੀ ਇੰਸਟੀਟਿਊਸ਼ਨ ਦੇ ਵਿੱਚ ਤੁਸੀਂ ਪੜ੍ਹਾਈ ਕਰ ਰਹੇ ਹੋ ਉਸ ਇੰਸਟੀਟਿਊਸ਼ਨ ਦੇ ਵੱਲੋਂ ਜਿਹੜੀ ਇਜਾਜ਼ਤ ਹੈ ਉਹ ਲੈ ਲਈ ਗਈ ਹੈ ਤੇ ਇਸੇ ਸੰਬੰਧੀ ਜਿਹੜੀ ਵੀ ਪਰਮਿਸ਼ਨ ਹੋਵੇਗੀ, ਲੈਟਰ ਹੋਵੇਗਾ ਤੇ ਉਸ ਨੂੰ
ਇਮੀਗ੍ਰੇਸ਼ਨ ਵਿਭਾਗ ਦੇ ਅਧਿਕਾਰੀਆਂ ਨੂੰ ਦਿਖਾਉਣਾ ਹੋਵੇਗਾ ਤੇ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਜਿਹੜੇ ਸਵਾਲ ਪੁੱਛੇ ਜਾਣਗੇ ਉਹ ਜਿਹੜੇ ਆਮ ਹੀ ਜਿਹੜਾ ਹਰ ਰੋਜ਼ ਦੀ ਤਰ੍ਹਾਂ ਕੋਵਿਡ-19 ਦੀਆਂ ਹਦਾਇਤਾਂ ਨੂੰ ਲੈ ਕੇ ਪਾਲਣਾ ਕਰਨ ਨੂੰ ਕਿਹਾ ਜਾਂਦਾ ਹੈ ਉਸੇ ਨਾਲ ਸੰਬੰਧਿਤ ਹੋਣਗੇ ਕਿ 14 ਦਿਨ ਦੇ ਵਾਸਤੇ ਤੁਸੀਂ ਕੁਆਰੰਟਾਈਨ ਕਿੱਥੇ ਤੇ ਕਿਵੇਂ ਕਰਨਾ ਹੈ ਤੇ ਵੱਖਰੇ ਤੌਰ ਦੇ ਉੱਤੇ ਤੁਹਾਡੇ ਕੋਲ ਇੱਕ ਕਮਰਾ ਹੋਣਾ ਚਾਹੀਦਾ ਹੈ ਜਿਸ ਦੇ ਵਿੱਚ ਸਾਰੀ ਸਹੂਲਤ ਮੌਜੂਦ ਹੋਵੇ ਤਾਂ ਕਿ ਤੁਹਾਨੂੰ ਬਾਹਰ ਜਾਣ ਦੀ ਲੋੜ ਨਾ ਪਵੇ ਤੇ ਤੁਹਾਡੇ ਕੋਲ ਉੱਥੇ ਜਿਹੜਾ ਇੱਥੇ ਇੱਕ ਹੋਰ ਅਹਿਮ ਗੱਲ ਹੈ ਕਿ ਅਸੀਂ ਜਦੋਂ ਕਾਫੀ ਸੰਸਥਾਵਾਂ ਦੇ ਨਾਲ ਵੀ ਗੱਲ ਕੀਤੀ ਸੀ ਤਾਂ ਉਹਨਾਂ ਨੇ ਦੱਸਿਆ ਕਿ ਵੱਡੀ ਗਿਣਤੀ ਦੇ ਵਿੱਚ ਇੰਟਰਨੈਸ਼ਨਲ ਸਟੂਡੈਂਟ ਨੇ ਜਿਹੜੇ ਜਾਂ ਫਿਰ ਇਕੱਲੇ ਤੌਰ ਦੇ ਉੱਤੇ ਜਿਹੜੇ ਵਰਕ ਪਰਮਿਟ ਦੇ ਉੱਤੇ ਵੀ ਆਉਂਦੇ ਨੇ ਹੋਰ ਕਿਸੇ ਵੀ ਮਕਸਦ ਦੇ ਨਾਲ ਆਉਂਦੇ ਨੇ ਤਾਂ ਜਦੋਂ ਉਹ ਕੁਆਰੰਟਾਈਨ ਦਾ ਤਾਂ ਵਸੀਲਾ ਕਰ ਦਿੰਦੇ ਨੇ 14 ਦਿਨ ਦੇ ਰਹਿਣ ਦਾ ਜੇ ਉਹ ਆਪਣੇ ਕਿਸੇ ਰਿਸ਼ਤੇਦਾਰ ਕੋਲ ਨਹੀਂ ਆ ਰਹੇ ਵੱਖਰੇ ਤੌਰ ਦੇ ਉੱਤੇ ਰੈਂਟ ਦੇ ਉੱਤੇ ਕੁਝ ਲੈ ਰਹੇ ਨੇ ਤਾਂ ਇਸ ਦੌਰਾਨ ਉਹਨਾਂ ਕੋਲ ਇਹ ਵਸੀਲਾ ਨਹੀਂ ਹੁੰਦਾ ਕਿ ਉਹ 14 ਦਿਨ ਉਹਨਾਂ ਨੇ ਖਾਣਾ ਕਿਵੇਂ ਹੈ ਉਹਨਾਂ ਕੋਲ ਗਰੋਸਰੀ ਕਿਵੇਂ ਪਹੁੰਚਣੀ ਹੈ ਤੇ ਉਹਨਾਂ ਦੇ ਕੋਲ ਸਮਾਨ ਕਿਵੇਂ ਪਹੁੰਚਣਾ ਤਾਂ ਇਸ ਸੰਬੰਧੀ ਵੀ ਵਸੀਲਾ ਪਹਿਲਾਂ ਹੀ ਜ਼ਰੂਰ ਕਰ ਲਿਆ ਜਾਵੇ ਕਿਉਂਕਿ ਜਿਹੜੀ ਸੰਸਥਾਵਾਂ ਤੋਂ ਮਦਦ ਲਈ ਜਾ ਰਹੀ ਹੈ ਉਹਨਾਂ ਦੇ ਕੋਲ ਵੀ ਇੰਨੇ ਜ਼ਿਆਦਾ ਗਿਣਤੀ ਦੇ ਵਿੱਚ ਲੋਕ ਮਦਦ ਲੈ ਰਹੇ ਨੇ ਕਿ ਸਮਾਂ ਲੱਗ ਜਾਂਦਾ ਉਹਨਾਂ ਨੂੰ ਕੁਝ ਦਿਨ ਵੀ ਲੱਗ ਸਕਦੇ ਨੇ ਜੋ ਕਿ ਤੁਹਾਡੇ ਲਈ ਇਸ ਚੀਜ਼ ਨੂੰ ਚੁਣੌਤੀ ਭਰਿਆ ਹੋ ਸਕਦਾ ਹੈ ਕਿ ਉਸ ਸਮੇਂ ਦੇ ਵਿੱਚ ਤੁਸੀਂ ਜਿਹੜਾ ਆਪਣਾ ਖਾਣ ਪੀਣ ਦਾ ਵਸੀਲਾ ਕਿਵੇਂ ਕਰੋਗੇ ਆਨਲਾਈਨ ਆਰਡਰ ਵੀ ਕਰ ਸਕਦੇ ਹੋ ਫੂਡ ਆਰਡਰ ਵੀ ਕੀਤਾ ਜਾ ਸਕਦਾ ਤੇ ਹੋਰ ਵੀ ਵਸੀਲੇ ਕਾਫੀ ਨੇ ਪਰ ਗਰੋਸਰੀ ਨੂੰ ਲੈ ਕੇ ਥੋੜਾ ਬਹੁਤ ਵਸੀਲਾ ਜਿਹੜਾ ਪਹਿਲਾਂ ਕੀਤਾ ਜਾਵੇ ਜਿਹਨੂੰ ਵੀ ਤੁਸੀਂ ਜਾਣਦੇ ਹੋ ਜਿਹਨੇ ਤੁਹਾਡੇ ਲਈ ਕਮਰਾ ਅਲੱਗ ਤੋਂ ਰੱਖਿਆ ਹੋਇਆ ਹੈ ਤਾਂ ਉੱਥੇ ਉਹਨਾਂ ਨੂੰ ਵੀ ਤੁਸੀਂ ਪਹਿਲਾਂ ਤੋਂ ਕਹਿ ਸਕਦੇ ਹੋ ਤੇ ਪੇ ਕਰ ਸਕਦੇ ਹੋ ਤੇ ਇਸੇ ਨੂੰ ਲੈ ਕੇ ਜਿਹੜਾ ਸੁਰੱਖਿਅਤ ਤਰੀਕੇ ਦੇ ਨਾਲ ਤੁਸੀਂ ਆਪਣੀ ਵੀ ਸੁਰੱਖਿਆ ਦਾ ਤੇ ਆਪਣੇ ਆਲੇ ਦੁਆਲੇ ਵੀ ਜਿਹੜੇ ਮੌਜੂਦ ਨੇ ਉਹਨਾਂ ਦੀ ਵੀ ਸੁਰੱਖਿਆ ਦਾ ਧਿਆਨ ਰੱਖਣਾ ਹੈ ਤੇ ਜਿਵੇਂ ਕਿ 20 ਅਕਤੂਬਰ ਤੋਂ ਇੰਟਰਨੈਸ਼ਨਲ ਸਟੂਡੈਂਟ ਕੈਨੇਡਾ ਦੇ ਵਿੱਚ ਆ ਸਕਦੇ ਨੇ ਉਹਨਾਂ ਨੂੰ ਇਜਾਜ਼ਤ ਦਿੱਤੀ ਗਈ ਹੈ ਤਾਂ ਉਸ ਮੁਤਾਬਕ ਜੋ ਅੱਗੇ ਦੀ ਪ੍ਰਕਿਰਿਆ ਹੈ ਤੇ ਜੋ ਅੱਗੇ ਦੀ ਅਪਡੇਟ ਹੈ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਜਿਹੜੀ ਵੀ ਦਿੱਤੀ ਜਾਵੇਗੀ ਉਸ ਤੱਕ ਨਾਲ ਹੀ ਪਹੁੰਚਾਵਾਂਗੇ।